ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN ਦੀ ਐਪ ਜਾਦੂ, roku, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਤੇ TV84 ਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਵਿਚਾਰ ਚਰਚਾ ਵੀ ਕੀਤੀ ਹੈ ਕਿ ਕਿਵੇਂ ਇੰਦੌਰ ਦੇ ਵਿੱਚ ਪਿਛਲੇ ਦਿਨੀ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਸਿੱਖ ਲੀਗਰ ਸਿੱਖਾਂ ਦੇ ਨਾਲ ਸੰਬੰਧਿਤ ਇੱਕ ਗੁਰਦੁਆਰਾ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਤੇ ਇਹ ਕੋਈ ਨਵੀਂ ਘਟਨਾ ਨਹੀਂ ਹੈਗੀ। ਪਿਛਲਾ ਜੇ ਇਤਿਹਾਸ ਦੇਖਿਆ ਜਾਵੇ ਤਾਂ ਗੁਰਦੁਆਰਾ ਗਿਆਨ ਗੋਦੜੀ ਤੇ ਹੋਰ ਵੀ ਕਈ ਇਹੋ ਜਿਹੀਆਂ ਐਗਜ਼ਾਮਪਲਸ ਮਿਲ ਜਾਂਦੀਆਂ ਨੇ ਇਤਿਹਾਸ ਦੇ ਵਿੱਚ, ਅਜੋਕੇ ਇਤਿਹਾਸ ਦੇ ਵਿੱਚ, ਜਿੱਥੇ ਸਿੱਖ ਗੁਰਦੁਆਰਾ ਸਾਹਿਬਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਤੇ ਇਸੇ ਦੇ ਨਾਲ ਜਿਹੜੀਆਂ ਹੋਰ ਡਿਵੈਲਪਮੈਂਟਸ ਹੈਗੀਆਂ ਨੇ, ਜਿਵੇਂ ਅੰਡੇਮਾਨ ਨਿਕੋਬਾਰ ਵਿਖੇ ਜੋ ਭਾਰਤ ਦੀ ਆਜ਼ਾਦੀ ਦੇ ਲਈ ਸਿੱਖ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉੱਥੇ ਜੇਲ੍ਹਾਂ ਕੱਟੀਆਂ, ਉਹਨਾਂ ਦੀ ਜਿਹੜੀ ਸ਼ਹਾਦਤ ਹੈਗੀ ਹੈ ਉਹਨੂੰ ਜਗ ਜ਼ਾਹਰ ਕਰਨ ਦੇ ਉਪਰਾਲੇ ਵਜੋਂ SGPC ਵੱਲੋਂ ਇੱਕ ਵਫਦ ਉੱਥੇ ਭੇਜਿਆ ਗਿਆ। ਇਸ ਹਵਾਲੇ ਦੇ ਨਾਲ ਤੇ ਇਹਦੇ ਨਾਲ ਜਿਹੜੇ ਹੋਰ ਕੁਝ ਕਰੰਟ ਇਸ਼ੂਜ਼ ਹੈਗੇ ਆ ਉਸ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਕੈਲੀਫੋਰਨੀਆ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਜਿਹੜਾ ਗੁਰਦੁਆਰਾ ਸਾਹਿਬਾਨਾਂ ਨੂੰ ਢਹਿ-ਢੇਰੀ ਕਰਨ ਦਾ ਮਸਲਾ ਹੈਗਾ ਜਾਂ ਸਿੱਖ ਗੁਰਦੁਆਰਾ ਸਾਹਿਬਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਗੱਲ ਹੈਗੀ ਹੈ, ਇਹਦੇ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ। ਜਿਵੇਂ ਹਾਲ ਹੀ ਦੇ ਵਿੱਚ ਇੰਦੌਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਇਹਨੂੰ ਜਦੋਂ ਅਸੀਂ ਪਿਛਲੇ ਇਤਿਹਾਸ ਦੇ ਨਾਲ ਪਿਛਲੇ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਨੇ ਉਹਨਾਂ ਨਾਲ ਜੋੜ ਕੇ ਦੇਖਦੇ ਹਾਂ, ਗੁਰਦੁਆਰਾ ਸਾਹਿਬ ਜਿਹੜਾ ਗਿਆਨ ਗੋਦੜੀ ਸੀਗਾ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਉਹ ਜਿਹੜੀਆਂ ਸਿੱਖ ਸੰਗਤਾਂ ਨੇ ਤੇ ਜਿਹੜੀਆਂ ਸਿੱਖ ਇੰਸਟੀਟਿਊਸ਼ਨਸ ਨੇ SGPC ਤੋਂ ਲੈ ਕੇ ਜਿਹੜੀਆਂ ਸਾਰੀਆਂ ਬਾਹਰਲੀਆਂ ਜਥੇਬੰਦੀਆਂ ਵੀ ਹੈਗੀਆਂ ਨੇ ਉਹਨਾਂ ਵੱਲੋਂ ਵੀ ਲਗਾਤਾਰਤਾ ਦੇ ਨਾਲ ਮੰਗ ਕੀਤੀ ਜਾਂਦੀ ਰਹੀ ਹੈ ਕਿ ਗੁਰਦੁਆਰਾ ਸਾਹਿਬਾਨ ਉੱਥੇ ਵਾਪਸ ਬਣਾਇਆ ਜਾਵੇ, ਇਤਿਹਾਸਕ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ। ਸੋ ਇਹ ਸਾਰੇ ਘਟਨਾਕ੍ਰਮ ਬਾਰੇ ਜੋ ਹੁਣ ਉੱਥੇ ਵਾਪਰ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ, ਜਗਨਨਾਥਪੁਰੀ ਤੋਂ ਵੀ ਇੱਕ ਘਟਨਾ ਇਦਾਂ ਦੀ ਸਾਹਮਣੇ ਆਉਂਦੀ ਹੈ, ਤਾਂ ਕੀ ਕਹਿਣਾ ਚਾਹੋਗੇ ਤੁਸੀਂ? ਜੀ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਜਿਹੜੇ ਕੌਮ ਦੇ ਭਖਤੇ ਮਸਲੇ ਆ ਉਹਨਾਂ ਨੂੰ ਵਿਚਾਰ ਚਰਚਾ ਵਿੱਚ ਲਿਆ ਕੇ ਸੰਗਤਾਂ ਨੂੰ ਇਹਦੇ ਤੋਂ ਰੂਬਰੂ ਕਰਾਉਂਦੇ ਰਹਿੰਦੇ ਹੋ। ਇਹ ਤੁਹਾਡਾ ਬੜਾ ਹੀ ਸ਼ਲਾਘਾਯੋਗ ਇੱਕ ਉਦਮ ਹੈ, ਉਪਰਾਲਾ। ਇਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਰਹੇਗਾ। ਜਿਹੜਾ ਤੁਸੀਂ ਸਵਾਲ ਕੀਤਾ, ਜਦੋਂ ਤੋਂ ਹੀ ਖਾਲਸਾ ਪੰਥ ਗੁਰੂ ਨਾਨਕ ਸਾਹਿਬ ਦੇ ਤੋਂ ਹੋਂਦ ਵਿੱਚ ਆਇਆ, ਤਦ ਤੋਂ ਹੀ ਮਤਲਬ ਜਿਹੜੇ ਬ੍ਰਾਹਮਣਵਾਦੀ ਸੋਚ ਆ ਜਿਨ੍ਹਾਂ ਨੂੰ ਕਿ ਅਸੀਂ ਭਾਉਂਦੇ ਨਹੀਂ, ਉਸ ਦਿਨ ਤੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਿਧਾਂਤ ਤੇ ਧਰਮਸਾਲ ਦੇ ਉੱਪਰ ਜਿਹੜਾ ਕਿ ਗੁਰਦੁਆਰਾ ਸਾਹਿਬ ਦਾ ਪਹਿਲਾ ਨਾਂ ਜੋ ਪ੍ਰਚਲਿਤ ਹੁੰਦਾ ਸੀ ਉਹਦੇ ਤੇ ਜਾਂ ਜਿਹੜੀਆਂ ਸਾਡੀਆਂ ਧਾਰਮਿਕ ਰਹੁ ਰੀਤਾਂ ਉਹਨੂੰ ਇਸ ਤਰੀਕੇ ਦੇ ਨਾਲ ਮਿਟਾਉਣ ਦੀ, ਉਹਦੇ ਵਿੱਚ ਰਲਗੱਡ ਕਰਨ ਦੀ ਅਤੇ ਜਿਹੜਾ ਉਹਨੂੰ ਮਿਸਗਾਈਡ ਕਰਦੀ ਪਬਲਿਕ ਦੇ ਵਿੱਚ, ਇਹ ਚਾਲਾਂ ਹੁਣ ਨਹੀਂ ਬੜੇ ਲੰਬੇ ਸਮੇਂ ਤੋਂ ਚੱਲੀਆਂ ਜਾ ਰਹੀਆਂ। ਔਰ ਸਮੇਂ-ਸਮੇਂ ਜਿਹੜਾ ਇਹਦਾ ਰੂਪ ਆ ਉਹੀ ਬਦਲਦਾ। ਕਦੀ ਇਹ ਕਿਸੇ ਰੂਪ ਵਿੱਚ, ਕਦੀ ਹਮਲੇ ਦੇ ਰੂਪ ਵਿੱਚ, ਕਦੀ ਕਿਤਾਬੀ ਰੂਪ ਵਿੱਚ ਤੇ ਕਦੀ ਕਿਸੇ ਹੋਰ ਰੂਪ ਵਿੱਚ। ਸੋ ਜਿਹੜੀਆਂ ਤਾਜ਼ਾ ਘਟਨਾਵਾਂ ਸਾਡੇ ਸਾਹਮਣੇ ਆ, ਜੇ ਅਸੀਂ ਇੰਦੌਰ ਦੇ ਗੁਰੂ ਘਰ ਦੀ ਜਿਹੜੀ ਗੱਲ ਕਰੀਏ, ਇਹ ਇਕੱਲਾ ਇਹਦੇ ਨਾਲ ਗੁਰੂ ਘਰ ਦੀ ਗੱਲ ਨਹੀਂ ਹੈ। ਜਿਹੜੀ ਸਮੁੱਚੀ ਸਾਡੀ ਪਾਪੂਲੇਸ਼ਨ ਹੈ, ਸਿੱਖ ਲੀਗਰ ਪਾਪੂਲੇਸ਼ਨ ਹੈ, ਜਿਹੜੇ ਗੁਰੂ ਨਾਨਕ ਨਾਮ ਦੇ ਨੇ, ਇੱਕ ਤਾਂ ਸਾਡਾ ਸਭ ਤੋਂ ਵੱਡਾ ਕਸੂਰ ਮੈਂ ਸਮਝ ਲਾਂ ਜਾਂ ਸਾਡੀ ਅਣਗਹਿਲੀ ਸਮਝ ਲਓ ਕਿ ਪੰਥ ਦਾ ਬਹੁਤ ਵੱਡਾ ਹਿੱਸਾ ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਇਸ ਘਰ ਦੇ ਨਾਲ ਜੁੜਿਆ ਹੋਇਆ, ਅਸੀਂ ਉਹਨੂੰ ਅਣਗੌਲਿਆ ਕੀਤਾ ਜੀ ਔਰ ਕਦੀ ਉਹਦੀ ਸਾਰ ਨਹੀਂ ਲਈ। ਹੁਣ ਪਿਛਲੇ ਕੋਈ 8-10 ਸਾਲ ਤੋਂ ਜਿਹੜੀਆਂ ਪੰਥਕ ਸੰਸਥਾਵਾਂ ਨੇ
ਚਾਹੇ ਉਹ ਕਾਰ ਸੇਵਾ ਵਾਲੇ ਇੰਗਲੈਂਡ ਤੋਂ ਨੇ ਜਾਂ ਕੁਝ ਸੰਸਥਾਵਾਂ ਹਿੰਦੁਸਤਾਨ ਦੇ ਵਿੱਚ, ਉਹ ਰਲ ਕੇ ਇਸ ਵੇਲੇ ਜਿਹੜੀ ਸਿੱਖਲੀਗਰਾਂ ਦਾ ਜਿਹੜਾ ਅਪਲਿਫਟ ਆ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਪੜ੍ਹਾਈ ਦੇ ਰੂਪ ਵਿੱਚ, ਉਹਨਾਂ ਨੂੰ ਕਾਰੋਬਾਰੀ ਰੂਪ ਦੇ ਵਿੱਚ, ਤੇ ਜਾਂ ਉਹਨਾਂ ਦੀ ਜਿਹੜੀ ਰੋਜ਼ਾਨਾ ਜ਼ਿੰਦਗੀ ਆ ਉਹਨੂੰ ਸੁਧਾਰਨ ਦੇ ਰੂਪ ਵਿੱਚ। ਔਰ ਜਿਹੜੇ ਸਿੱਖਲੀਗਰ ਸਿੱਖ ਸੀ ਉਹ ਮੁੜ ਕੇ ਬੜੀ ਵੱਡੀ ਤਾਦਾਦ ਦੇ ਵਿੱਚ ਫਿਰ, ਭਾਵੇਂ ਉਹ ਸ਼ੁਰੂ ਤੋਂ ਹੀ ਉਹਨੇ ਆਪਣੇ ਕੇਸ ਕਦੀ ਕਤਲ ਨਹੀਂ ਕਰਵਾਏ, ਰਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਆ, ਪਰ ਜਿਹੜੀ ਪ੍ਰਚਾਰ ਦੀ ਇੱਕ ਨਵੀਂ ਲਹਿਰ ਚੱਲੀ ਨਾ, ਇਹਨੇ ਹਿੰਦੁਸਤਾਨ ਦੀਆਂ ਜਿਹੜੀ ਨੀਂਦ ਆ ਉਹਨੂੰ ਖਰਾਬ ਕੀਤਾ ਹੋਇਆ। ਤੇ ਸਾਡੀ ਜਿਹੜੀ ਪਰਮ ਦੁਸ਼ਮਣ ਜਮਾਤ ਆ RSS, ਉਹਨੂੰ ਇਹ ਗੱਲ ਕਦੀ ਨਹੀਂ ਪਾਉਂਦੀ। ਸੋ ਬੇਸਿਕਲੀ ਤਾਂ ਇਹ ਜਿਹੜੇ ਸਾਡੇ ਭਰਾ ਨੇ ਜਦੋਂ ਫੋਲਡ ਵਿੱਚ ਫਿਰ ਨਿਖਰ ਕੇ ਸਾਹਮਣੇ ਆ ਰਹੇ ਨੇ, ਇਹ ਉਹਨਾਂ ਨੂੰ ਬਦਨਾਮ ਕਰਨ ਦਾ, ਉਹਨਾਂ ਨੂੰ ਖਦੇੜਨ ਦਾ ਅਤੇ ਉਹਨਾਂ ਨੂੰ ਇਸ ਫੋਲਡ ਤੋਂ ਪਾਸੇ ਲਿਜਾਉਣ ਦੀ ਇੱਕ ਸਾਜ਼ਿਸ਼ ਹੈ। ਚਾਹੇ ਉਹ ਗੁਰਦੁਆਰਾ ਢਾਉਣ ਦੇ ਰੂਪ ਵਿੱਚ ਹੋਵੇ, ਪਿਛਲੇ ਦਿਨਾਂ ਦੇ ਵਿੱਚ ਹਥਿਆਰ ਬਣਾਉਣ ਦੇ ਨਾਂ ਤੇ ਜਿਹੜੇ ਉਹਨਾਂ ਤੇ ਕੇਸ ਦਰਜ ਹੋਏ ਆ। ਦੇਖੋ, ਇਹ ਉਹਨਾਂ ਦਾ 6ਵੇਂ ਪਾਤਸ਼ਾਹ ਦੇ ਵੇਲੇ ਤੋਂ ਹੀ ਇਹ ਲੋਕ ਉੱਥੇ ਆਬਾਦ ਨੇ ਉਸ ਏਰੀਏ ਦੇ ਵਿੱਚ, ਤੇ ਇਹ ਉਹਨਾਂ ਦਾ ਪਿਤਾ ਪੁਰਖੀ ਕੀਤਾ। ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਦੇ ਲਾਗੇ ਜਿੰਨੇ ਪਿੰਡ ਨੇ, ਉਹਦੇ ਵਿੱਚ ਜਿਹੜੇ ਲੋਕ ਉਹ ਹਥਿਆਰ ਰਵਾਇਤੀ ਸਾਡੇ ਜਿਹੜੇ ਹਥਿਆਰ ਹੈ, ਕਿਰਪਾਨਾਂ ਨੇ ਜਾਂ ਜਿਹੜੇ ਸਾਡੇ ਕਕਾਰ ਨੇ, ਕੜੇ ਨੇ, ਸਰਬਲੋਹ ਦੇ, ਪਾਟੇ ਨੇ ਜਾਂ ਬਰਤਨ ਨੇ ਜਿਹੜੇ ਸਰਬਲੋਹ ਦੇ, ਉਹਨਾਂ ਨੂੰ ਤਿਆਰ ਕਰਨ ਦਾ ਇਹ ਸਾਰੀ ਦੀ ਸਾਰਾ ਜਿਹੜਾ ਇਹੋ ਕਾਰੋਬਾਰ ਹੈ ਪਿਛਲੇ ਕਈ ਸਦੀਆਂ ਤੋਂ ਇਹਨਾਂ ਦੇ ਕੋਲ ਹੈ। ਸੋ ਇਹ ਜਿਹੜੇ ਉਸ ਏਰੀਏ 'ਚ ਨੇ ਇੰਦੌਰ ਦੀ ਸਾਈਡ ਤੇ, ਉਹ ਮਤਲਬ ਜ਼ਰੂਰ ਉਹ ਜਿਹੜੇ ਰਵਾਇਤੀ ਹਥਿਆਰ ਆ ਸਾਡੇ ਸਿੱਖਾਂ ਦੇ ਉਹ ਬਣਾਉਂਦੇ ਹੋਣਗੇ, ਤੇ ਉਸ ਆੜ ਦੇ ਵਿੱਚ ਵੀ ਇਹਨਾਂ ਨੇ ਨਕਸਲਾਈਟਸ ਨੂੰ ਹਥਿਆਰ ਦਿੱਤੇ ਜਾਂ ਇਹ ਉਹਨਾਂ ਦੇ ਲਈ ਹਥਿਆਰ ਬਣਾਉਂਦੇ ਆ, ਜਿਹੜਾ ਕਿ ਅਸੀਂ ਸਮਝਦੇ ਹਾਂ ਕਿ ਝੂਠ ਦਾ ਪਲੰਦਾ ਹੈ ਔਰ ਝੂਠਾ ਪ੍ਰਚਾਰ ਹੈ। ਕਿਸੇ ਵੀ ਬੰਦੇ ਨੂੰ ਜਦੋਂ ਤੁਸੀਂ ਕਿਸੇ ਵੀ ਸੰਸਥਾ ਨੂੰ ਜਦੋਂ ਬਦਨਾਮ ਕਰਨਾ, ਕੋਈ ਨਾ ਕੋਈ ਉਹਨਾਂ ਤੇ ਅਜਿਹਾ ਹੀ ਇਲਜ਼ਾਮ ਲਾਓਗੇ ਤਾਂ ਕਿ ਆਮ ਲੋਕ ਉਹਨਾਂ ਦੀ ਮਦਦ ਨਾ ਕਰ ਸਕਣ। ਅਸੀਂ ਸਮਝਦੇ ਹਾਂ ਵੀ ਇਹ ਜਿੱਥੇ ਇੰਦੌਰ ਦਾ ਜਿਹੜੀ ਘਟਨਾ ਹੈ, ਇਸੇ ਤਰ੍ਹਾਂ ਹੀ ਜਗਨਨਾਥਪੁਰੀ ਦੀ, ਬੇਸਿਕਲੀ ਜਿਹੜੀ ਜਗਨਨਾਥਪੁਰੀ ਆ ਜਾਂ ਗਿਆਨ ਗੋਦੜੀ ਆ, ਇਹ ਇਹਨਾਂ ਦੇ ਜਿਹੜਾ ਸਿਧਾਂਤ ਆ ਉਹਨਾਂ ਤੇ ਸਿੱਧੀ ਹਿੱਟ ਕਰਦੀ ਹੈ। ਜਗਨਨਾਥਪੁਰੀ 'ਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਆਰਤੀ ਦਾ ਉਚਾਰਨ ਕੀਤਾ, ਗਿਆਨ ਗੋਦੜੀ ਦੇ ਨਹੀਂ ਜਾ ਕੇ ਉੱਥੇ ਕਿਹਾ ਵੀ ਤੁਸੀਂ ਇਹ ਕਿਹੜਾ ਕੀ ਪਖੰਡ ਫੜਿਆ ਹੋਇਆ ਵੀ ਤੁਸੀਂ ਪਿੱਤਰਾਂ ਨੂੰ ਪਾਣੀ ਦੇ ਰਹੇ। ਸੋ ਇਹ ਜਿਹੜੀਆਂ ਚੀਜ਼ਾਂ ਵੀ ਇਹਨਾਂ ਦੇ ਸਿਧਾਂਤ ਨੂੰ ਹਿੱਟ ਕਰਦੀਆਂ, ਇਹਨਾਂ ਦਾ ਤਤਕਾਲ ਇਲਾਜ ਨਹੀਂ ਕਰਦੇ, ਉਹ ਗੱਲ ਸ਼ੁਰੂ ਕਰ ਦਿੰਦੇ ਆ, ਉਹਨੂੰ 20 ਸਾਲ ਲੱਗ ਜਾਣ, 50 ਸਾਲ ਲੱਗ ਜਾਣ, ਤੇ ਇਹ ਉਸ ਦਿਸ਼ਾ ਦੇ ਵਿੱਚ ਹੌਲੀ ਹੌਲੀ ਕੰਮ ਕਰਦੇ ਰਹਿੰਦੇ ਆ। ਔਰ ਜਦੋਂ ਸਮਾਂ ਲੱਗਦਾ ਉਦੋਂ ਹਰ ਚੀਜ਼ ਨੂੰ ਨਿਸ਼ਚਿਤ ਅਨੁਭੂਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਇੰਦੌਰ ਦੀ ਘਟਨਾ, ਜਗਨਨਾਥਪੁਰੀ ਦੀ ਘਟਨਾ ਤੇ ਗਿਆਨ ਗੋਦੜੀ ਜਿਹੜਾ ਉਹ 1979 'ਚ ਹੋ ਗਿਆ ਹੋਵੇ, 1984 'ਚ ਹੋ ਗਿਆ ਹੋਵੇ, ਇਹ ਸਮੇਂ ਦੀ ਭਾਲ 'ਚ ਰਹਿੰਦੇ ਨੇ। ਜਦੋਂ ਯੋਗ ਸਮਾਂ ਇਹਨਾਂ ਨੂੰ ਮਿਲ ਗਿਆ, ਹਿੱਟ ਕਰਨ ਤੋਂ ਇਹ ਗਰੇਜ ਨਹੀਂ ਕਰਦੇ ਔਰ ਪੂਰੀ ਤਰ੍ਹਾਂ ਉਹਨੂੰ ਨਿਸ਼ਚਿਤ ਅਨੁਭੂਤ ਕਰਨ ਦਾ ਇਹ ਯਤਨ ਕਰਦੇ ਨੇ। ਸੋ ਇਹਨਾਂ ਸਾਰੀਆਂ ਘਟਨਾਵਾਂ ਤੋਂ ਅਸੀਂ ਆਲਰੇਡੀ ਜਿਹੜਾ ਇਹ ਚਰਚਾ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ, ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜਿਹੜਾ ਯੂਨਾਈਟਿਡ ਨੇਸ਼ਨ ਦੇ ਵਿੱਚ ਹੈਰੀਟੇਜ ਦੇ ਜਿੰਨੇ ਵੀ ਸੰਸਥਾਨ ਨੇ, ਅਸੀਂ ਇਹਦਾ ਕੇਸ ਤਿਆਰ ਕਰ ਰਹੇ ਹਾਂ ਔਰ ਇਹਨੂੰ ਬਕਾਇਦਾ ਤੌਰ ਤੇ ਅਸੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਇਹਨੂੰ ਨੁਮਾਇੰਦਗੀ ਕਰਕੇ ਪੇਸ਼ ਕਰਾਂਗੇ ਕਿ ਸਾਡੇ ਜਿਹੜੇ ਨਿਸ਼ਾਨ ਨੇ ਉੱਥੋਂ ਉਹਨਾਂ ਨੂੰ ਮਿਟਾਉਣ ਦੇ ਯਤਨ ਕੀਤੇ ਜਾ ਰਹੇ ਨੇ ਔਰ ਦੁਨੀਆ ਦੇ ਪੱਧਰ ਤੇ ਇਹਨੂੰ ਅਸੀਂ ਸਾਹਮਣੇ ਲਿਆਵਾਂਗੇ ਔਰ ਇਸ ਦਾ ਕੋਈ ਨਾ ਕੋਈ ਹੱਲ ਕੱਢਣ ਦਾ ਯਤਨ ਕਰਾਂਗੇ। ਜੀ ਡਾਕਟਰ ਪ੍ਰਿਤਪਾਲ ਸਿੰਘ ਜੀ, ਜਿਵੇਂ ਤੁਸੀਂ ਇਹਨਾਂ ਦੋਵਾਂ ਘਟਨਾਵਾਂ ਨੂੰ ਇਤਿਹਾਸ ਦੇ ਨਾਲ ਜੋੜਦਿਆਂ ਤੇ ਫਿਰ ਜੋ ਤੁਸੀਂ ਕਹਿ ਰਹੇ ਹੋ ਕਿ ਇਹ ਸਾਰੀ RSS ਦੀ ਜਿਹੜੀ ਆਈਡੀਓਲੋਜੀ ਹੈਗੀ ਹੈ ਉਹਦਾ ਨਤੀਜਾ ਹੈਗਾ ਜੋ ਟਾਈਮ ਟੂ ਟਾਈਮ ਜਿਹੜਾ ਹੈਗਾ ਸਿੱਖ ਫਲਸਫੇ ਨੂੰ, ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ। ਤੇ ਜਦੋਂ ਅਸੀਂ ਆਪਣੇ ਵੱਲ ਨਜ਼ਰ ਮਾਰਦੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਭਾਰਤ ਦਾ ਜਿਹੜਾ ਆਜ਼ਾਦੀ ਦਾ ਸੰਘਰਸ਼ ਸੀਗਾ
ਉਹਦੇ ਵਿੱਚ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਕਿ ਸਿੱਖਾਂ ਨੇ ਵੀ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ, ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਨੇ। ਤੇ ਉਸੇ ਹਵਾਲੇ ਦੇ ਨਾਲ ਜਿਹੜਾ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜਾ ਕਾਲੇ ਪਾਣੀ ਦਾ, ਜਿਹਨੂੰ ਕਿਹਾ ਜਾਂਦਾ ਵੀ ਕਾਲੇ ਪਾਣੀ ਜਾ ਕੇ ਸਜ਼ਾਵਾਂ ਕੱਟੀਆਂ, ਉੱਥੇ ਜੇਲ੍ਹਾਂ ਕੱਟੀਆਂ ਸਿੱਖਾਂ ਨੇ, ਸਿੰਘਾਂ ਨੇ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਵੱਡੀ ਤਾਦਾਦ ਸੀਗੀ ਉਹ ਪੰਜਾਬੀਆਂ ਦੀ ਸੀ। ਤੇ ਇਸੇ ਹਵਾਲੇ ਦੇ ਨਾਲ ਜੋ ਉੱਥੇ ਇਤਿਹਾਸ ਦਾ ਜੋ ਹੁਣ ਉਜਾਗਰ ਕੀਤਾ ਜਾ ਰਿਹਾ ਹੈ, ਏਅਰਪੋਰਟ ਦਾ ਨਾਮ ਉਹ ਇੱਕ RSS ਦੇ ਲੀਡਰ ਦੇ ਨਾਮ ਤੇ ਰੱਖਿਆ ਜਾਵੇ, ਜਾਂ ਉੱਥੇ ਜਿਹੜਾ ਲਾਈਟ ਐਂਡ ਸਾਊਂਡ ਦੇ ਨਾਮ ਥੱਲੇ ਜਿਹੜੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ, ਜਾਂ ਜਿਹੜੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ, ਉਹਦੇ ਵਿੱਚ ਸਿੱਖਾਂ ਦਾ ਜਿਹੜਾ ਯੋਗਦਾਨ ਹੈਗਾ ਉਹ ਘਟਾ ਕੇ ਪੇਸ਼ ਕੀਤਾ ਜਾਂਦਾ ਹੈ, ਨਾ ਬਿਲਕੁਲ ਇੱਕ ਕਹਿ ਲਓ ਕਿ ਮਨਫੀ ਕਰ ਦਿੱਤਾ ਗਿਆ। ਤੇ SGPC ਵੱਲੋਂ ਇੱਕ ਵਫਦ ਬਣਾ ਕੇ ਉੱਥੇ ਜੋ ਹੁਣ ਭੇਜਿਆ ਗਿਆ ਹੈ ਤੇ ਮੰਗ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ, ਉੱਥੇ ਜਿਹੜਾ ਅੰਡੇਮਾਨ ਨਿਕੋਬਾਰ ਦਾ ਗਵਰਨਰ ਹੈਗੇ ਆ ਉਹਨਾਂ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਸਾਡਾ ਇਤਿਹਾਸ ਹੈਗਾ ਉਹਨੂੰ ਪ੍ਰੋਪਰਲੀ ਪੋਰਟਰੇ ਕਰਕੇ ਲੋਕਾਂ ਨੂੰ ਦੱਸਿਆ ਜਾਵੇ। ਤੇ ਇੱਕ ਪਾਸੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਜਿੱਥੇ ਇਹ ਹਾਲਾਤ ਬਣੇ ਹੋਏ ਨੇ ਕਿ ਜਿਹੜੇ ਸਾਡੇ ਗੁਰੂ ਧਾਮ ਹੈਗੇ ਆ, ਸਾਡੇ ਫਲਸਫੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ, ਉੱਥੇ ਅਸੀਂ ਉਸੇ ਹੁਕੂਮਤ ਕੋਲੋਂ ਇਹ ਮੰਗ ਕਰਦੇ ਹੋਈਏ ਕਿ ਅਸੀਂ ਜਿਹੜੀਆਂ ਕੁਰਬਾਨੀਆਂ ਤੁਹਾਡੇ ਲਈ ਕੀਤੀਆਂ ਨੇ, ਤੁਹਾਡੇ ਦੇਸ਼ ਲਈ ਕੀਤੀਆਂ ਨੇ, ਤੇ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਵਾਪਸ ਜਿਹੜਾ ਲੋਕਾਂ ਦੇ ਸਾਹਮਣੇ ਦੱਸੋ। ਮਤਲਬ ਇਹਨੂੰ ਤੁਸੀਂ ਕਿੰਨਾ ਕੁ ਜਾਇਜ਼ ਸਮਝਦੇ ਹੋ ਜਿਹੜੀਆਂ ਸਾਡੀਆਂ ਸੰਸਥਾਵਾਂ SGPC ਵੱਲੋਂ ਜਾਂ ਹੋਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਾਂ ਜਿਹੜੇ ਹੋਰ ਬੰਦੇ ਇੰਡੀਵਿਜੂਅਲੀ ਇਸ ਕੰਮ ਦੇ ਉੱਪਰ ਲੱਗੇ ਹੋਏ ਆ, ਇਹ ਕਿੰਨਾ ਕੁ ਠੀਕ ਹੈਗਾ ਤੇ ਕਿਸ ਡਾਇਰੈਕਸ਼ਨ ਦੇ ਵਿੱਚ ਇਹ ਕੰਮ ਹੋ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਡਾ ਬੜਾ ਅੱਛਾ ਸਵਾਲ ਹੈ। ਬੇਸਿਕਲੀ ਗੱਲ ਫੇਰ ਇਹ ਉੱਥੇ ਆ ਜਾਂਦੀ ਹੈ ਕਿ ਜਿਹੜੀ ਸਿੱਖਾਂ ਨੂੰ, ਸਿੱਖੀ ਨੂੰ ਤੇ ਸਾਡੇ ਧਰਮ ਇਹਨੂੰ ਮਤਲਬ ਰਲਗੱਡ ਕਰਨ ਵਿੱਚ, ਇਹਦਾ ਨਾਸ਼ ਕਰਨ ਵਿੱਚ ਇਹ ਇੱਕ ਚਾਲ ਆ, ਤਾਂ ਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਹੜੀ ਤੁਹਾਡੀਆਂ ਹਿਸਟੋਰੀਕਲ ਐਵੀਡੈਂਸਿਸ ਹੈਗੀ ਜਾਂ ਇਤਿਹਾਸਕ ਹਵਾਲੇ ਹੈਗੇ, ਉਹਨਾਂ ਨੂੰ ਜਾਂ ਤਾਂ ਉਹਦੇ ਵਿੱਚ ਮਤਲਬ ਮਿਕਸ ਕਰਤਾ ਜਾਵੇ, ਬਾਕੀਆਂ 'ਚ ਰਲਗੱਡ ਕਰਤਾ ਜਾਵੇ, ਤੇ ਜਾਂ ਉਹਨਾਂ ਨੂੰ ਮਿਟਾ ਦਿੱਤਾ ਜਾਵੇ। ਸੋ ਜਿਹੜੀ ਅੰਡੇਮਾਨ ਦੀ ਘਟਨਾ, ਜੇ ਮੈਂ ਭੁੱਲਦਾ ਨਹੀਂ ਤਾਂ ਮੇਰਾ ਖਿਆਲ ਉੱਥੇ 2147 ਦੇ ਕਰੀਬ ਜਿਹੜੇ ਲੋਕ ਉਹ ਕਹਿ ਰਹੇ, ਜਿਹਨਾਂ 'ਚ 1900 ਦੇ ਕਰੀਬ ਜਿਹੜੇ ਉਹ ਸਿੱਖ। ਜਿਹੜਾ ਵੀਰ ਸਾਵਰਕਰ ਆ, ਇਹਦਾ ਤੁਸੀਂ ਕਿਸੇ ਦਿਨ ਆਪਾਂ ਫੇਰ ਵੀ ਇਹ ਤੇ ਗੱਲ ਕਰ ਸਕਦੇ ਹਾਂ। ਇਹਦਾ ਤੁਸੀਂ ਇਤਿਹਾਸ ਤਾਂ ਕੱਢ ਕੇ ਦੇਖੋ, ਇਹ ਕੌਣ ਸੀ ਬੰਦਾ? ਇਹ ਤਾਂ ਮਾਫੀ ਮੰਗ ਕੇ, ਤਰਲੇ ਲੈ ਕੇ ਤਾਂ ਬੰਦੇ ਵਾਪਸ ਆਏ ਹੋਏ ਜੀ। ਇਹਨਾਂ ਦਾ ਤਾਂ ਸਿੱਖ ਜਿਹੜਾ ਆਜ਼ਾਦੀ ਦਾ ਸੰਘਰਸ਼ ਆ ਉਹਦੇ ਨਾਲ ਕੋਈ ਤਲਕ ਹੀ ਨਹੀਂ ਸੀ। ਇਹ ਸਰਕਾਰ ਦੇ ਪਿੱਠੂ ਸੀ। 2 ਦਿਨ ਸਖਤੀ ਹੋਈ ਤੇ ਇਹਨਾਂ ਨੇ ਉੱਥੇ ਹੱਥ ਖੜੇ ਕਰਕੇ ਇਹੋ ਹੀ ਵਿੱਚ ਹੀ ਉਹ ਜਿਹੜਾ ਲਾਲਾ ਸੀਗਾ ਹਰਦਿਆਲ, ਇਹ ਸਰਕਾਰ ਦੇ ਮਤਲਬ ਪੇਡ ਇਹ ਪਿੱਠੂ ਰਹੇ। ਤੇ ਇਹਨਾਂ ਦੇ ਹਿਸਟੋਰੀਕਲ ਐਵੀਡੈਂਸ ਹੈਗੇ ਸਾਰੇ ਵੀ ਇਹਨਾਂ ਨੇ ਕੀ ਕੀਤਾ, ਕੀ ਇਹਨਾਂ ਦਾ ਰੋਲ ਸੀਗਾ। ਹੁਣ ਉਹ ਗੱਲ ਤਾਂ ਇਹ ਆ ਵੀ ਜਿਹੜੇ ਸਾਡੀਆਂ ਸੰਸਥਾਵਾਂ ਵੀ ਆ, ਚਾਹੇ ਉਹ DGPC ਆ, ਚਾਹੇ SGPC, ਇਹ ਵੀ ਇੱਕ ਫਰੈਂਡਲੀ ਮੈਚ ਹੀ ਖੇਡ ਰਹੀ ਹੈ। ਖੁੱਲ੍ਹ ਕੇ ਇਹ ਗੱਲ ਨਹੀਂ ਕਰਦੇ, ਜਾਂ ਤਾਂ ਤਕੜੇ ਹੋ ਕੇ ਇੱਕ ਐਜੀਟੇਸ਼ਨ ਰਨ ਕਰ ਕਿ ਸਾਡੇ ਨਾਲ ਆਹ ਹੋ ਰਿਹਾ, ਸਾਰੀ ਦੁਨੀਆ ਤੇ ਰੌਲਾ ਪਵੇ ਇਸ ਗੱਲ ਦਾ ਵੀ ਆਹ ਹੋ ਰਿਹਾ। ਹੁਣ ਪੂਰੀ ਹਿਸਟੋਰੀਕਲ ਐਵੀਡੈਂਸ ਆ ਇਸ ਗੱਲ ਦੀ ਵੀ ਉੱਥੇ ਕਿੰਨੇ ਬੰਦੇ ਕੈਦ ਰਹੇ ਆ, ਕਿਹੜੇ ਰਹੇ ਆ। ਇਹਨਾਂ ਦਾ ਤਾਂ ਜਿਹੜੇ ਚਲੋ ਅਸੀਂ ਇਹਨਾਂ ਦੇ ਤਰਸ ਕਰਦੇ ਇਹਨਾਂ ਦੇ ਹਾਲਾਤ ਤੇ ਵੀ, ਸਾਡਾ ਤਾਂ ਕੰਮ ਹੀ ਇਹ ਆ ਵੀ ਅਸੀਂ ਹਮੇਸ਼ਾ ਮਜ਼ਲੂਮ ਦੇ ਨਾਲ ਖੜੇ ਹੋਏ। ਇਹਨਾਂ ਤਾਂ ਵਿਚਾਰਿਆਂ ਦਾ ਆਜ਼ਾਦੀ ਦੇ ਵਿੱਚ ਕੋਈ ਹੈ ਹੀ ਨਹੀਂ ਸੀ। ਕਿਤੇ ਹਿਸਟਰੀ ਫੋਲ ਕੇ ਤਾਂ ਦੇਖੋ ਜੀ, ਜਿਹੜੀਆਂ ਬਾਕੀ ਵੀ ਇੱਥੇ ਹੋਰ ਕੌਮਾਂ ਰਹਿੰਦੀਆਂ ਸੀਗੀਆਂ, ਕਿਹਦਾ ਉਹਦੇ ਵਿੱਚ ਰੋਲ ਸੀਗਾ ਜਿਹੜਾ ਕਿ ਸਿੱਖਾਂ ਨੇ ਪਲੇ ਕੀਤਾ ਤੇ ਇਹਨਾਂ ਨੇ ਕੀਤਾ ਹੋਵੇ। ਮਤਲਬ ਇਹ ਤਾਂ ਸਾਰੀ ਦੀ ਸਾਰੀ ਜਿਹੜੀ ਆਜ਼ਾਦੀ ਦੀ ਲੜਾਈ ਆ ਉਹਦਾ ਮੂੰਹ ਬੋਲਦੀ ਇੱਕ ਤਸਵੀਰ ਆ ਵੀ ਸਿੱਖਾਂ ਦਾ ਉਹਦੇ ਵਿੱਚ ਕੀ ਰੋਲ ਰਿਹਾ। ਇਹਦੇ ਤੇ ਲੰਬੀ ਬਹਿਸ ਦਾ ਵਿਸ਼ਾ। ਸੋ ਇਹ ਵੀ ਇਸ ਘਟਨਾ ਨੂੰ ਵੀ ਉਸੇ ਕੜੀ 'ਚ ਜੋੜ ਕੇ ਸਾਨੂੰ ਦੇਖਣਾ ਚਾਹੀਦਾ ਕਿ ਸਾਡਾ ਜਿਹੜਾ ਇਤਿਹਾਸ ਆ ਉਹਨੂੰ ਇਹ ਰਲਗੱਡ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇਖੋ ਇਹ ਇੰਨੀ ਕਾਹਲੀ ਨਹੀਂ ਕਰਦੇ ਕਿਸੇ ਵੀ ਗੱਲ ਤੇ ਓਵਰਨਾਈਟ ਹੀ ਕੁਛ ਹੋ ਜਾਵੇ। ਹੌਲੀ ਲੱਗੇ ਰਹਿੰਦੇ ਆ। ਤੁਹਾਡੀਆਂ ਕਿਤਾਬਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਦੇ ਵਿੱਚ ਤੁਸੀਂ ਦੇਖੋ, ਜਿਹੜੇ ਗ੍ਰੰਥ ਉਹ ਸਾਡੇ ਧਾਰਮਿਕ ਗ੍ਰੰਥ ਦਰਬਾਰ ਸਾਹਿਬ ਤੋਂ ਜਿਹੜੇ ਕਈ ਇੱਦਾਂ ਦੀਆਂ ਉੱਥੇ ਕਾਪੀਆਂ ਸੀ ਜਿਹੜੀ ਇੱਕੋ ਇੱਕ ਕਾਪੀ ਸੀ, ਉਹ ਇਹਨਾਂ ਦੇ ਕੋਲ ਹੀ ਆ ਸਾਰਾ ਕੁਛ। 100 ਸਾਲ ਬਾਅਦ ਉਹਨੂੰ ਰਲਾ ਕੇ ਕਿਸੇ ਤਰ੍ਹਾਂ ਕੱਢ ਕੇ ਕੋਸ਼ਿਸ਼ ਕਰਨਗੇ ਵੀ ਦੇਖੋ ਤੁਹਾਡੀ ਹਿਸਟੋਰੀਕਲ ਐਵੀਡੈਂਸ ਹੈਗੀ ਆ ਵੀ ਤੁਸੀਂ ਤਾਂ ਆਹ ਲਿਖਿਆ ਤੁਹਾਡੇ ਬਾਰੇ, ਤਾਂ ਇੱਦਾਂ ਨਹੀਂ ਹੈਗਾ। ਉਦੋਂ ਸਾਡੇ ਕੋਲ ਉਹਨੂੰ ਰਿਬਟਲ ਦੇਣ ਦਾ ਜਾਂ ਕੋਈ ਸਾਡੇ ਕੋਲ ਐਵੀਡੈਂਸ ਨਹੀਂ ਹੋਏਗੀ ਕੋਈ ਵੀ। ਸੋ ਇਹ ਤਾਂ ਖਾਲਸਾ ਪੰਥ ਨੂੰ ਸਾਰੇ ਨੂੰ ਇਹਦੇ ਦਾ ਤਕੜੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ।
ਆਫ ਦੈਟ ਮੈਂ ਕਹਿਣੀ ਚਾਹੁੰਦਾ ਕਿ ਜਿਹੜਾ ਦਰਬਾਰ ਸਾਹਿਬ ਆ ਇਹਦੀ ਸੁਰੱਖਿਅਤਾ ਜਿਹੜੀ ਆ ਉਦੋਂ ਹੀ ਸ਼ੁਰੂ ਹੋਈ ਜਦੋਂ ਰਣਜੀਤ ਸਿੰਘ ਦਾ ਰਾਜ ਆਇਆ ਜੀ। ਉਹਦੇ ਤੇ ਸੋਨਾ ਵੀ ਉਦੋਂ ਹੀ ਲੱਗਿਆ ਜਦੋਂ ਕਿ ਰਣਜੀਤ ਸਿੰਘ ਦਾ ਰਾਜ ਆਇਆ। ਹੁਣ ਵੀ 1984 ਦੇ ਵਿੱਚ ਤਾਂ ਇਹੋ ਮਤਲਬ ਖਰਾਬ ਕਰਨ ਹੀ ਆਏ ਸੀ, ਸੋਨਾ ਲਾਉਣ ਹੀ ਆਏ ਸੀ ਨਾ। ਠੀਕ ਹੈ, ਸਿੱਖਾਂ ਨੇ ਉਹਦਾ ਮੁਕਾਬਲਾ ਕੀਤਾ, ਇਹ ਇੱਕ ਵੱਖਰਾ ਉਹ ਪਾਸੇ ਦਾ ਵਿਸ਼ਾ। ਪਰ ਬੇਸਿਕਲੀ ਤੁਹਾਡੇ ਜਿਹੜੇ ਧਾਰਮਿਕ ਸੰਸਥਾਨ ਨੇ, ਤੁਹਾਡਾ ਧਰਮ ਆ, ਉਹ ਤਾਂ ਹੀ ਸੁਰੱਖਿਅਤ ਰਹਿ ਸਕਦਾ, ਤਾਂ ਹੀ ਪ੍ਰਫੁੱਲਤ ਹੋਏਗਾ ਜੇ ਤੁਹਾਡੇ ਕੋਲ ਆਪਣਾ ਰਾਜ ਭਾਗ ਹੋਏਗਾ। ਨਹੀਂ ਤਾਂ ਬਿਨਾਂ ਰਾਜ ਭਾਗ ਤੋਂ ਜਿਹੜੀਆਂ ਕੌਮਾਂ ਉਹ ਉਹਨਾਂ ਦੇ ਨਿਸ਼ਾਨ ਵੀ ਮਿਟ ਜਾਂਦੇ ਜੀ, ਔਰ ਉਹਨਾਂ ਨੂੰ ਜਿਹੜੀ ਧਰਾਤਲ ਤੋਂ ਮਿਟਾਇਆ ਵੀ ਜਾਂਦਾ। ਜੀ ਡਾਕਟਰ ਸਾਹਿਬ, ਤੁਸੀਂ ਜਿਵੇਂ ਗੱਲ ਕੀਤੀ ਹੈ, ਮੇਰਾ ਜਿਹੜਾ ਸਵਾਲ ਸੀਗਾ ਜਾਂ ਉਹਦੇ 'ਚੋਂ ਮੈਂ ਹੋਰ ਇੱਕ ਐਡ ਕਰਨੀ ਚਾਹੁੰਦਾ ਗੱਲ, ਜਾਂ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ ਵੀ ਕੀ ਅਸੀਂ ਇਹ ਜਿਹੜਾ ਸਾਡੇ ਸੰਘਰਸ਼ ਦੇ ਸ਼ਹੀਦ ਹੈਗੇ ਆ, ਸਾਡੀ ਕੌਮ ਦੇ ਸ਼ਹੀਦ ਹੈਗੇ ਆ, ਉਹ ਪੰਜਾਬ ਦੇ ਸਿੱਖਾਂ ਦੇ ਜੋ ਸ਼ਹੀਦ ਹੈਗੇ ਆ ਜਾਂ ਜਿਨ੍ਹਾਂ ਨੇ ਇਸ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਨੇ, ਇਹ ਜੋ SGPC ਕਰ ਰਹੀ ਹੈ ਜਾਂ ਜੋ ਉੱਥੇ ਬੈਠੇ ਨੁਮਾਇੰਦਿਆਂ ਵੱਲੋਂ ਇੱਕ ਕਦਮ ਹੈਗਾ, ਇੱਕ ਅੰਡੇਮਾਨ ਨਿਕੋਬਾਰ ਜਾ ਕੇ ਉਹਨਾਂ ਨੂੰ ਇਹ ਕਹਿਣ ਦਾ ਵੀ ਜੀ ਤੁਸੀਂ ਰੈਕੋਗਨਾਈਜ਼ ਕਰੋ। ਉਹਨਾਂ ਨੂੰ ਰੈਕੋਗਨਾਈਜ਼ ਕਰਵਾਉਣ ਦਾ ਮਤਲਬ ਇਹ ਹੈਗਾ ਵੀ ਉਹ ਉਸੇ ਲੜੀ ਦੇ ਵਿੱਚ ਜਿੱਥੇ ਵੀਰ ਸਾਵਰਕਰ ਦਾ ਨਾਮ ਹੈਗਾ ਉੱਥੇ ਹੀ ਸਿੱਖਾਂ ਦਾ ਨਾਮ ਸ਼ਾਮਲ ਕੀਤਾ ਜਾਵੇ। ਉਹ ਇੱਕ ਡਿਫਰੈਂਟ ਪੇਜ ਹੈਗਾ, ਤੇ ਜਦੋਂ ਅਸੀਂ ਸਾਡੀ ਗੱਲ ਕਰਦੇ ਹਾਂ ਉਹ ਇੱਕ ਡਿਫਰੈਂਟ ਪੇਜ ਹੈਗਾ। ਕਿ ਇਹ ਸਾਡਾ ਇਤਿਹਾਸ ਅਸੀਂ ਉਹਨਾਂ ਦੇ ਹੱਥਾਂ 'ਚ ਨਹੀਂ ਦੇਣ ਦੀ ਗੱਲ ਕਰ ਰਹੇ ਵੀ ਜੀ ਇਹ ਤੁਹਾਡਾ ਹੀ ਇਤਿਹਾਸ ਹੈ, ਅਸੀਂ ਸਾਡਾ ਨਹੀਂ ਹੈਗਾ, ਇਹ ਤੁਹਾਡਾ ਹੀ ਹੈਗਾ। ਇਹ ਜਿਹੜੀ ਲਾਈਨ ਹੈਗੀ ਹੈ ਇਹ ਕਿੰਨੀ ਕੁ ਜਾਇਜ਼ ਹੈ? ਬੜਾ ਅੱਛਾ ਤੁਹਾਡਾ ਸਵਾਲ ਹੈ। ਇਹੀ ਸਾਡੀ ਤਰਾਸਦੀ ਹੈ, ਸਾਡਾ ਦੁਖਾਂਤ ਵੀ ਇਹੀ ਹੈ ਕਿ ਅਸੀਂ ਸਾਰਾ ਕੁਛ ਕਰਾ ਕੇ ਜਿਹੜਾ ਫਾਈਨਲ ਡਾਕੂਮੈਂਟ ਆ ਉਹ ਕਿਸੇ ਹੋਰ ਨੂੰ ਦੇ ਦੇਣੇ ਨੇ। ਜਿਹੜੇ ਫਾਈਨਲ ਟੱਚਸ ਆ, ਜੇ ਸਾਡਾ ਇਤਿਹਾਸ ਆ, ਕੁਰਬਾਨੀ ਸਾਡੀ ਆ, ਉਹਨੂੰ ਲਿਖਣ ਵਾਲੇ ਜਾਂ ਸਾਡੇ ਹਿੰਦੂ ਵੀਰ ਆ ਤੇ ਜਾਂ ਮੁਸਲਮਾਨ ਆ, ਉਹਦੀ ਇੰਟਰਪ੍ਰੀਟੇਸ਼ਨ ਫਿਰ ਉਹ ਆਪਣੇ ਤਰੀਕੇ ਨਾਲ ਕਰਦੇ ਆ। ਸੋ ਜਿਹੜੀ ਹਿਸਟਰੀ ਆ ਉਹਨੂੰ ਸਾਨੂੰ ਮੁੜ ਕੇ ਮੈਂ ਸਮਝਦਾ ਰੀਵੈਲੂਏਟ ਕਰਨਾ ਚਾਹੀਦਾ, ਰੀਰਾਈਟ ਕਰਨਾ ਚਾਹੀਦਾ ਔਰ ਰੀਇੰਟਰੋਡਿਊਸ ਕਰਨਾ ਚਾਹੀਦਾ ਪਬਲਿਕ ਦੇ। ਆਹ ਦੇਖੋ, ਇਹਦੇ ਵਾਸਤੇ ਜਿਹੜੀਆਂ ਸਾਡੀਆਂ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਨਾ, ਉਹ ਮਾਨਸਿਕ ਤੌਰ ਤੇ ਉਹਨਾਂ ਨੂੰ ਬੌਣੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਛ ਬੌਣੇ ਬਣਾਏ ਵੀ ਲਏ ਨੇ, ਜਾਂ ਉਹਨਾਂ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਹਨਾਂ ਨੂੰ ਗੁਲਾਮੀ ਦੇ ਵੱਲ ਧੱਕਿਆ ਜਾ ਰਿਹਾ। ਉਹ ਕਈ ਵਾਰੀ ਚਲਦੀਆਂ ਘਟਨਾਵਾਂ ਨੂੰ ਲਾਈਟਲੀ ਲੈਂਦੇ ਨੇ, ਸੋਚਦੇ ਨਹੀਂ ਹੈਗੇ ਵੀ ਇਹਦਾ ਅਸਰ ਕੀ ਹੋਵੇਗਾ। ਜਿਹੜੇ ਕੋਈ ਜਾਗਰੂਕ ਸਿੱਖ ਇਹਦਾ ਯਤਨ ਕਰਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਕੇਸ ਪਾ ਕੇ ਜਾਂ ਉਹਨਾਂ ਨੂੰ ਬਦਨਾਮ ਕਰਕੇ ਜਿਹੜੀਆਂ ਸਰਕਾਰਾਂ, ਚਲੋ ਇਹ ਸਰਕਾਰਾਂ ਦੇ ਕੰਮ ਹੁੰਦੇ ਆ, ਉਹ ਇੱਦਾਂ ਹੀ ਕਰਦੇ। ਪਰ ਇਹਦੇ ਲਈ ਇੱਦਾਂ ਹੀ ਗੱਲ ਕਰਕੇ ਨਹੀਂ ਸਾਨੂੰ ਚੁੱਪ ਕਰ ਦੇਣਾ ਚਾਹੀਦਾ। ਸਾਨੂੰ ਜਿੰਨੇ ਵੀ ਜਿਹੜੇ ਬਾਹਰ ਬੈਠੀਆਂ ਸੰਸਥਾਵਾਂ, ਚਾਹੇ ਛੋਟੀਆਂ ਚਾਹੇ ਵੱਡੀਆਂ, ਕਿਸੇ ਵੀ ਮੁਲਕ 'ਚ ਨੇ, ਉਹਨਾਂ ਨੂੰ ਆਪਣੀ ਆਪਣੀ ਪੱਧਰ ਜਿਹੜੀ ਹਿਸਟਰੀ ਆ ਇਹਨੂੰ ਰੀਰਾਈਟ, ਰੀਵੈਲੂਏਟ, ਰੀਇੰਟਰੋਡਿਊਸ ਕਰਕੇ, ਇਹਦੇ ਤੇ ਸੈਮੀਨਾਰ ਕਰਕੇ, ਇਹਦੇ ਤੇ ਵਿਚਾਰ ਚਰਚਾ ਕਰਕੇ ਸਾਨੂੰ ਪਬਲਿਕ ਦੇ ਵਿੱਚ ਜਿਹੜੀ ਇਹ ਗੱਲ ਆ ਇਹ ਰੱਖਣੀ ਚਾਹੀਦੀ ਆ। ਕੋਈ ਨਹੀਂ, ਸਮਾਂ ਵਾਧਾ ਘਟਦਾ ਰਹਿੰਦਾ। ਹੁਣ ਉਹਨਾਂ ਦਾ ਸਮਾਂ, ਕੱਲ੍ਹ ਨੂੰ ਖਾਲਸਾ ਦੇ ਪੰਥ ਦੇ ਹੱਥ ਵੀ ਜੇ ਰਾਜ ਸ਼ਕਤੀ ਆਉਂਦੀ ਹੈ ਤੇ ਇਹਨਾਂ ਨੂੰ ਚੀਜ਼ਾਂ ਨੂੰ ਸਟ੍ਰੇਟ ਆਊਟ ਕੀਤਾ ਜਾ ਸਕਦਾ। ਪਰ ਇਹ ਗੱਲ ਲਾਈਂਗ ਡਾਊਨ ਨਹੀਂ ਲੈਣੀ ਚਾਹੀਦੀ, ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ। ਇਹ ਸਾਡਾ ਰਾਈਟ ਆ, ਇਟਸ ਏ ਰਾਈਟਫੁਲ ਰਾਈਟ ਕਿ ਅਸੀਂ ਆਪਣੀ ਗੱਲ ਕਰੀਏ, ਜੋ ਸਾਡਾ ਧਾਰਮਿਕ ਵਿਰਸਾ ਆ ਉਹਨੂੰ ਸਾਂਭ ਕੇ ਰੱਖੀਏ ਔਰ ਉਹਦਾ ਪ੍ਰਚਾਰ ਕਰੀਏ। ਤੇ ਉਹਦੇ ਹਿਸਾਬ ਦੇ ਨਾਲ ਹੀ ਜਿਹੜੀਆਂ ਸੈਮੀਨਾਰ ਹੋਣ, ਕਿਤਾਬਾਂ ਲਿਖਾਈਆਂ ਜਾਣ। ਔਰ ਮੈਂ ਬੇਨਤੀ ਕਰੂੰਗਾ ਸਾਰੀਆਂ ਜਿੰਨੀਆਂ ਸਾਡੀਆਂ ਭਾਰਤੀ ਸੰਸਥਾਵਾਂ, ਕਿ ਬਜਾਏ ਇਸ ਦੇ ਕਿ ਅਸੀਂ ਇੱਕ ਬੜੀ ਪੁਰਾਤਨ ਗੱਲ ਆ ਵੀ ਸਿੱਖ ਦਾ ਅਤਵਾਰ ਕਰੇ, ਸਿੱਖ ਤੇ ਅਤਿਆਚਾਰ ਨਾ ਕਰੇ, ਅਤਿਆਚਾਰ ਨੇ ਜਾਂ ਉਹਦਾ ਕੋਈ ਨੁਕਸਾਨ ਨਾ ਕਰੇ, ਉਹਦਾ ਪਰਦਾ ਰੱਖੇ। ਸੋ ਇਹਨਾਂ ਘਟਨਾਵਾਂ ਦੇ ਨਾਲ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਵੀ ਜਿਹੜਾ ਪਰਸਨਲ ਰੰਜਿਸ਼, ਪਰਸਨਲ ਵਿਰੋਧ ਜਾਂ ਕਿਸੇ ਵੀ ਤਰ੍ਹਾਂ ਦੀ ਅਜਿਹੀ ਘਟਨਾ ਕੋਈ ਅਗਰ ਕੋਈ
ਪੰਥ ਵਾਸਤੇ, ਕੌਮ ਵਾਸਤੇ, ਕਮਿਊਨਿਟੀ ਵਾਸਤੇ ਕੋਈ ਕੰਮ ਕਰਦਾ, ਬਜਾਏ ਇਹਦੇ ਕਿ ਉਹਦਾ ਵਿਰੋਧ ਕਰਨ ਦੇ, ਉਹਦੇ ਨਾਲ ਬੈਠ ਕੇ ਗੱਲ ਵੀ ਕੀਤੀ ਜਾ ਸਕਦੀ ਹੈ। ਉਹਨੂੰ ਜੇ ਤੁਸੀਂ ਹੋਰ ਸੁਚਾਰੂ ਰੂਪ ਵਿੱਚ ਅੱਗੇ ਨਹੀਂ ਵਧਾ ਸਕਦੇ, ਕਮ ਸੇ ਕਮ ਜਿਹੜਾ ਬੰਦਾ ਕੋਈ ਕੰਮ ਕਰਦਾ ਉਹਦੀਆਂ ਲੱਤਾਂ ਆਪਾਂ ਨਾ ਖਿੱਚੀਏ। ਸੋ ਕੋਈ ਮਤਲਬ ਰਲ ਕੇ ਜੇ ਆਪਾਂ ਰਲ ਕੇ ਨਾ ਸੀ, ਜੇ ਕੋਈ ਸੰਸਥਾਵਾਂ ਆਪਣੇ ਤੌਰ ਤੇ ਵੀ ਇੱਦਾਂ ਦਾ ਕੰਮ ਕਰਦੀਆਂ ਇਤਿਹਾਸ ਨੂੰ ਪ੍ਰੀਜ਼ਰਵ ਕਰਨ ਦਾ, ਉਹਨੂੰ ਅੱਗੇ ਪ੍ਰਚਾਰਨ ਦਾ, ਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਅਗਰ ਸਾਨੂੰ ਕਿਸੇ ਦੇ ਵਿਚਾਰ ਚੰਗੇ ਨਹੀਂ ਲੱਗਦੇ, ਜਿਹੜਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਾਡੇ ਇਤਿਹਾਸ ਨੂੰ ਲੈ ਕੇ, ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਅੱਜ ਕੱਲ੍ਹ ਵਿਚਾਰ ਚਰਚਾ ਛਿੜੀ ਹੋਈ ਹੈ, ਇਹ ਕੌਮ ਲਈ ਬਹੁਤ ਘਾਤਕ ਹੈ। ਸਾਨੂੰ ਇਹ ਗੱਲਾਂ ਪਬਲਿਕ 'ਚ ਕਰਨ ਦੀ ਬਜਾਏ ਅੰਦਰ ਬੈਠ ਕੇ ਸਾਨੂੰ ਆਪਣੇ ਫੈਸਲੇ ਆਪ ਕਰਕੇ ਜਿਹੜੀ ਕਮਿਊਨਿਟੀ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੇ ਖਾਲਸਾ ਪੰਥ ਆ ਉਹ ਚੜ੍ਹਦੀ ਕਲਾ ਵਿੱਚ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਜਿਹੜੀ ਫਜ਼ੂਲ ਦੀ ਜਿਹੜੀ ਬਿਆਨਬਾਜ਼ੀ ਹੈਗੀ ਆ ਉਹਦੇ ਤੋਂ ਗੁਰੇਜ਼ ਕਰਕੇ ਸ਼ਾਂਤਮਈ ਤਰੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਅੰਦਰ ਬੈਠ ਕੇ ਜਿਹੜੀ ਆ ਉਹ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜਾ ਇਹਨਾਂ ਸਮੱਸਿਆਵਾਂ ਦਾ ਹੱਲ ਹੈ ਉਹ ਇੱਕ ਤਰੀਕੇ ਦੇ ਨਾਲ ਲੱਭਿਆ ਜਾ ਸਕੇ। ਜਦੋਂ ਅਸੀਂ ਭਾਰਤ ਦੇ ਵਿੱਚ ਇਹਨਾਂ ਸਾਰੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ ਜਾਂ ਜੋ ਹੋ ਰਿਹਾ ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਡਾਇਸਪੋਰਾ ਦੇ ਵਿੱਚ, ਡਾਇਸਪੋਰਾ ਸਿੱਖਾਂ ਦੇ ਵਿੱਚ ਖਾਸ ਤੌਰ 'ਤੇ ਜਿੱਥੇ ਅਸੀਂ ਬੈਠੇ ਹਾਂ ਅਮਰੀਕਾ ਕੈਨੇਡਾ ਦੀ ਜਦੋਂ ਗੱਲ ਕਰਦੇ ਹਾਂ, ਤਾਂ ਜਦੋਂ ਇੱਥੇ ਸਿੱਖਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਆ ਜਾਂ ਆਪਣੀ ਗੱਲ ਕਰਦੇ ਆ। ਉਹਦੇ 'ਚ ਜਿਵੇਂ SGPC ਦਾ ਰੋਲ, ਜਿਵੇਂ ਮੇਰਾ ਪਿਛਲਾ ਸਵਾਲ ਸੀਗਾ ਕਿ ਉਹ ਆਪਣੇ ਜਿਹੜੇ ਆਪਣੀ ਜੋ ਸ਼ਹਾਦਤ ਹੈਗੀ ਹੈ, ਆਪਣੀਆਂ ਜੋ ਕੁਰਬਾਨੀਆਂ ਨੇ ਉਹ ਦੂਜਿਆਂ ਦੇ ਖਾਤੇ ਵਿੱਚ ਪਾਉਣ ਦੀ ਲਾਈਨ 'ਤੇ ਕੰਮ ਕਰਦੇ ਆ। ਇੱਥੇ ਇੱਦਾਂ ਦਾ ਘੱਟ ਦੇਖਣ ਨੂੰ ਮਿਲਦਾ। ਇੱਥੇ ਜਿਹੜੀ ਅਸੀਂ ਆਪਣੀ ਗੱਲ ਕਰਦੇ ਹਾਂ ਅਤੇ ਆਪਣੀ ਹੀ ਉਹ ਜਿਹੜੀ ਪ੍ਰਾਪਤੀਆਂ ਹੈਗੀਆਂ ਨੇ ਉਹਨਾਂ ਨੂੰ ਓਨ ਕਰਨ ਦੀ ਜਿਹੜੀ ਲਾਈਨ ਹੈਗੀ ਹੈ, ਉਸੇ ਦੇ ਨਤੀਜੇ ਨੇ ਜੋ ਇਸ ਵਿਸਾਖੀ ਤੇ ਖਾਲਸਾ ਸਾਜਣਾ ਦਿਵਸ ਦੇ ਮੌਕੇ ਅਮਰੀਕਾ ਕੈਨੇਡਾ ਦੇ ਵਿੱਚੋਂ ਜਿਹੜੀਆਂ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ, ਉਹ ਵਿਸਾਖੀ ਨੂੰ, ਖਾਲਸਾ ਸਾਜਣਾ ਦਿਵਸ ਨੂੰ ਰੈਕਗਨਾਈਜ਼ ਕਰਨ ਦੀ ਗੱਲ ਹੋਵੇ ਅਮਰੀਕਾ ਦੇ ਵਿੱਚ ਵੀ, ਅਤੇ ਇੱਦਾਂ ਹੀ ਜਦੋਂ ਅਸੀਂ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖਦੇ ਹਾਂ, ਐਲਬਰਟਾ ਦੇ ਵਿੱਚ ਦੇਖਦੇ ਹਾਂ, ਜਾਂ ਜਿਹੜਾ 1984 ਨੂੰ ਐਜ਼ ਅ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਨ ਦਾ ਮਤਾ ਅੰਟਾਰੀਓ ਪਾਰਲੀਮੈਂਟ ਦੇ ਵਿੱਚੋਂ ਪਾਸ ਕੀਤਾ ਗਿਆ ਹੋਵੇ, ਤਾਂ ਜਦੋਂ ਹੁਣ ਹਾਲ ਹੀ ਦੇ ਵਿੱਚ ਇੱਕ ਘਟਨਾ ਜਿਹੜੀ ਹੋਈ ਹੈ ਵੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਖਾਲਸਾ ਸਾਜਣਾ ਦਿਵਸ ਨੂੰ ਜੋ ਸਮਰਪਿਤ ਸੀ, ਤਾਂ ਉਹਦੇ 'ਤੇ ਇੰਡੀਅਨ ਗਵਰਨਮੈਂਟ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਆਫੀਸ਼ੀਅਲੀ ਕਿ ਉੱਥੇ ਜਿਹੜੀ ਸਿੱਖਾਂ ਦੀ ਗੱਲ ਸੀਗੀ, ਸਿੱਖਾਂ ਦੇ ਆਪਣੇ ਜਿਹੜੇ ਡਿਮਾਂਡਸ ਹੈਗੀਆਂ ਨੇ ਜਾਂ ਜਿਹੜੀਆਂ ਰਾਈਟਸ ਹੈਗੀਆਂ ਨੇ ਉਹਨਾਂ ਦੀ ਗੱਲ ਕਰਦਿਆਂ ਜਦੋਂ ਸਿੱਖਾਂ ਨੇ ਆਪਣੀ ਗੱਲ ਕੀਤੀ ਆ ਉਸ ਨਗਰ ਕੀਰਤਨ ਦੇ ਵਿੱਚ, ਤਾਂ ਉਹਨਾਂ ਨੂੰ ਇਹ ਗੱਲ ਬੜੀ ਚੁਭੀ ਹੈ। ਸੋ ਇਸ ਹਵਾਲੇ ਨਾਲ ਜਿਹੜਾ ਡਾਇਸਪੋਰਾ ਸਿੱਖਾਂ ਦਾ ਕੰਮ ਹੈਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਜਾਂ ਅਸੀਂ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ? ਕੀ ਅਸੀਂ ਸਫਲ ਹੋ ਸਕਾਂਗੇ ਜੋ ਅਸੀਂ ਕਰ ਰਹੇ ਹਾਂ? ਕਿੱਥੇ ਕੁ ਅਸੀਂ ਅੱਜ ਖੜ੍ਹੇ ਹਾਂ ਅਤੇ ਕਿਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਜਾਂਦਿਆਂ ਹੋਰ ਕੰਮ ਕਰਨ ਦੀ ਲੋੜ ਹੈਗੀ ਆ? ਜਿਹੜਾ ਤੁਸੀਂ ਇਹ ਕਹਿ ਰਹੇ ਹੋ ਨਾ ਵੀ ਉਹਨਾਂ ਨੂੰ ਬੜੀ ਇਸ ਗੱਲ ਦੀ ਤਕਲੀਫ ਹੋਈ ਹੈ, ਇਹ ਅਸਲ 'ਚ ਸਾਡੀ ਸਫਲਤਾ ਦੀ ਨਿਸ਼ਾਨੀ। ਹੈਲੋ ਜੀ, ਮੈਂ ਕਹਿ ਰਿਹਾ ਸੀ ਜਿਹੜੀ ਆਪਾਂ ਗੱਲ ਕਰਦੇ ਨਾ ਵੀ ਜਸਟਿਨ ਟਰੂਡੋ ਦੇ ਉੱਥੇ ਪਹੁੰਚਣ ਤੇ ਨਗਰ ਕੀਰਤਨ 'ਚ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੂੰ ਤਕਲੀਫ ਹੋਈ ਆ ਜੀ। ਹਾਂਜੀ ਭਾਜੀ, ਹੈਲੋ। ਹਾਂਜੀ ਸੁਣ ਰਿਹਾ ਜੀ। ਹੈਲੋ ਹਾਂਜੀ ਡਾਕਟਰ ਸਾਹਿਬ। ਹਾਂਜੀ ਹੁਣ ਤੁਹਾਡੀ ਆਵਾਜ਼ ਆ ਰਹੀ ਹੈ, ਵਿੱਚ ਦੀ ਕੱਟ ਗਈ ਸੀਗੀ। ਅੱਛਾ, ਹੁਣ ਠੀਕ ਹੈ ਜੀ। ਹਾਂਜੀ ਹੁਣ ਠੀਕ ਹੈ। ਮੈਂ ਇਹ ਕਹਿ ਰਿਹਾ ਸੀ ਵੀ ਜਿਹੜੀ ਨਹੀਂ ਜਸਟਿਨ ਟਰੂਡੋ ਦੇ ਇੱਕ ਸੈਕਿੰਡ ਡਾਕਟਰ ਸਾਹਿਬ, ਤੁਸੀਂ ਇੱਥੋਂ ਭਾਜੀ ਤੁਸੀਂ ਥੋੜ੍ਹਾ ਜਿਹਾ ਤੁਹਾਨੂੰ ਕੱਟ ਲਾਉਣਾ ਪੈਣਾ ਕਿਉਂਕਿ ਵਿੱਚ ਆਹ ਡਿਸਟਰਬੈਂਸ ਜੀ ਆ ਗਈ। ਮੇਰੇ ਸਵਾਲ ਤੋਂ ਬਾਅਦ ਹੁਣ ਡਾਕਟਰ ਸਾਹਿਬ ਜਵਾਬ ਦਿੰਦੇ ਆ ਅਤੇ ਇੱਥੋਂ ਦੁਬਾਰਾ ਅਸੀਂ ਸ਼ੁਰੂ ਕਰ ਲਿਓ। ਹਾਂਜੀ ਡਾਕਟਰ ਸਾਹਿਬ, ਜਿਹੜਾ ਤੁਹਾਡਾ ਸਵਾਲ ਸੀ ਨਾ ਕਿੱਥੇ? ਹਾਂਜੀ ਡਾਕਟਰ ਸਾਹਿਬ, ਸਾਡੇ ਕੋਲ 1.5 ਮਿੰਟ ਹੈਗਾ ਤੇ ਵਾਈਂਡ ਅਪ ਕਰ ਦਿਓ। ਜਸਟਿਨ ਟਰੂਡੋ ਦਾ ਉੱਥੇ ਹਾਜ਼ਰੀ ਭਰਨ ਤੇ ਜਿਹੜੇ ਹਿੰਦੁਸਤਾਨ ਦੇ ਵਿੱਚ ਬਾਵੇਲਾ ਇਕੱਠਾ ਹੋਇਆ, ਇਹ ਤੁਹਾਡੇ ਹੀ ਸਵਾਲ ਦਾ ਜਵਾਬ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਜਿਹੜੀ ਤਕਲੀਫ ਹੋਈ ਆ ਇਹ ਸਾਡੀ ਕਾਮਯਾਬੀ ਦਾ ਇੱਕ ਹਿੱਸਾ ਹੈ।
ਕਿਉਂਕਿ ਅਸੀਂ ਰਾਈਟਫੁਲੀ ਗੱਲ ਕਰ ਰਹੇ ਹਾਂ ਕਿ ਆ ਦੇਖੋ ਸਾਡੇ ਨਾਲ ਕੀ ਹੋ ਰਿਹਾ, ਕੀ ਹੋ ਸਕਦਾ, ਜਾਂ ਆਹ ਸਾਡੇ ਧਾਰਮਿਕ ਚਿੰਨ੍ਹ ਨੇ, ਠੀਕ ਹੈ। ਉਹਨਾਂ ਦੇ ਵਿੱਚ ਆ ਕੇ ਅਗਰ ਕਿਸੇ ਮੁਲਕ ਦਾ ਪ੍ਰਾਈਮ ਮਿਨਿਸਟਰ ਉੱਥੇ ਭਾਗ ਲੈਂਦਾ, ਇਹ ਸਾਡੀ ਕਾਮਯਾਬੀ ਆ। ਦੂਜੀ ਜਿਹੜੀ ਗੱਲ ਪਿਛਲੇ ਦਿਨਾਂ 'ਚ ਇੱਕ ਹੋਰ ਹੋਈ ਸੀ, ਮੈਂ ਉਹ ਵੀ ਕਹਿਣੀ ਚਾਹੁੰਦਾ ਕਿ ਹਰਜੀਤ ਸਿੰਘ ਸਾਜਨ ਜੇ ਕੋਈ ਜਿਹੜਾ ਕਿ ਸਿੱਖਾਂ ਦਾ ਵੀ ਕੌਮ ਦਾ ਵੀ ਮਾਣ ਹੈ, ਉਹਨੂੰ ਪ੍ਰੋਪਰਲੀ ਉੱਥੇ ਮਾਣ ਸਤਿਕਾਰ ਨਾ ਦੇਣਾ, ਇਹ ਵੀ ਉਸੇ ਹੀ ਕੜੀ ਦਾ ਹਿੱਸਾ। ਇਹਦੇ ਨਾਲ ਇੱਕ ਆਪਾਂ ਹੋਰ ਘਟਨਾ ਜੋੜ ਕੇ ਦੇਖ ਸਕਦੇ ਹਾਂ ਕਿ ਜਦੋਂ 71 ਦੀ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਵਿੱਚ 93,000 ਫੌਜੀਆਂ ਨੂੰ ਸਰੈਂਡਰ ਕਰਾਉਣਾ ਸੀਗਾ, ਉਦੋਂ ਵੀ ਅਰੋੜੇ ਦੇ ਉੱਪਰ ਨਾਂ ਦੇ ਉੱਪਰ ਚਰਚਾ ਹੋਈ ਸੀ ਵੀ ਇੱਥੋਂ ਨਾ ਕਰਵਾਇਆ ਜਾ। ਪਰ ਇਹ ਤਾਂ ਜਿਹੜਾ ਉੱਧਰੋਂ ਪਾਕਿਸਤਾਨੀ ਜਨਰਲ ਨਿਆਜ਼ੀ ਸੀਗਾ, ਉਹਨੇ ਨਾ ਕਰ ਦਿੱਤੀ ਸੀ ਵੀ ਕਮ ਸੇ ਕਮ ਜੇ ਮੇਰੇ ਕੋਲ ਸਰੈਂਡਰ ਕਰਾਉਣਾ ਮੇਰੇ ਬਰਾਬਰ ਦਾ ਅਫਸਰ ਤਾਂ ਹੋਵੇ। ਉੱਥੇ ਵੀ ਇੱਕ ਹਿੰਦੂ ਅਫਸਰ ਉਹਨੇ ਲਿਆ ਕੇ ਲਾਤਾ ਸੀ ਵੀ ਇਹ ਸਰੈਂਡਰ ਕਰਾਵੇ। ਉਹ ਚਾਹੁੰਦੇ ਨਹੀਂ ਹੈਗੇ ਕਿ ਜਿਹੜਾ ਪੈਡੈਸਟਲ ਆ ਉਹਦੇ ਤੇ ਸਿੱਖਾਂ ਦਾ ਕੋਈ ਨੁਮਾਇੰਦਾ ਆ ਕੇ ਖੜਾ ਹੋਵੇ। ਸੋ ਹਰਜੀਤ ਸਿੰਘ ਸਾਜਨ ਦਾ, ਜਨਰਲ ਅਰੋੜਾ ਦਾ, ਇਹ ਇੱਕੋ ਜਿਹੀਆਂ ਚੀਜ਼ਾਂ ਨੇ। ਉਹ ਚਾਹੁੰਦੇ ਨਹੀਂ ਹੈਗੇ ਕਿ ਇਹਨਾਂ ਨੂੰ ਕੋਈ ਮਾਣ ਤਾਣ ਮਿਲੇ ਜਾਂ ਇਹਨਾਂ ਦਾ ਕੋਈ ਮਾਣ ਮਰਤਬਾ ਜਿਹੜਾ ਹੈਗਾ ਉੱਚਾ ਹੋਵੇ। ਸੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਆ, ਜੇ ਆਪਾਂ ਇਹਨਾਂ ਨੂੰ ਇੱਕ ਲੜੀ 'ਚ ਪਰੋ ਕੇ ਦੇਖੀਏ ਤੇ ਇਹਨਾਂ ਸਾਰਿਆਂ ਦਾ ਮਕਸਦ ਇੱਕੋ ਹੀ ਨਿਕਲਦਾ। ਔਰ ਸਾਡੇ ਲਈ ਵੀ ਇਹ ਸਿੱਖਿਆ ਇਹੀ ਆ ਕਿ ਅਸੀਂ ਆਪਣਾ ਜਿਹੜਾ ਕੰਮ ਆ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ, ਚੜ੍ਹਦੀ ਕਲਾ 'ਚ ਲਿਜਾਣ ਵਾਸਤੇ ਆਪਣਾ ਜਿਹੜਾ ਅਸੀਂ ਕੰਮ ਆ ਜਾਰੀ ਰੱਖੀਏ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ, ਕਾਮਯਾਬੀ ਸਾਡੇ ਅੰਗ ਸੰਗ ਹੋਏ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਦੁਬਾਰਾ ਫਿਰ ਤੁਹਾਡੇ ਨਾਲ ਜ਼ਰੂਰ ਜਿਹੜੀ ਹੈਗੀ ਆ ਵਿਚਾਰਾਂ ਦੀ ਸਾਂਝ ਉਹ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਜਿਨ੍ਹਾਂ ਨੇ ਅੱਜ ਦੇ ਜਿਹੜੇ ਸਾਡੇ ਸਾਰੇ ਇਸ਼ੂਜ਼ ਸੀ ਉਹਨਾਂ ਨਾਲ ਅਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਇਸ਼ੂਜ਼ ਨੂੰ ਇਹਨਾਂ ਨੂੰ ਸੋਲਵ ਕਰਨ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਜ਼ੂਲ ਦੇ ਵਿੱਚ ਜਿਹੜੀ ਬਿਆਨਬਾਜ਼ੀ ਹੈਗੀ ਹੈ ਉਹਦੇ ਤੋਂ ਗੁਰੇਜ਼ ਕਰਦਿਆਂ ਸਾਨੂੰ ਇਕੱਠਿਆਂ ਹੋ ਕੇ, ਇਕਮੁੱਠ ਹੋ ਕੇ ਅੰਦਰ ਬੈਠ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੇ ਅੰਦਰੋਂ ਤਬਦੀਲੀ ਕਰਕੇ ਫਿਰ ਜਿਹੜਾ ਹੈਗਾ ਉਹਨੂੰ ਕਿਸੇ ਹਿਸਾਬ ਦੇ ਨਾਲ ਇੰਪਲੀਮੈਂਟ ਕਰ ਸਕੀਏ। ਸੋ ਇਸੇ ਦੇ ਨਾਲ ਜਿੱਥੇ ਅੱਜ ਅਸੀਂ ਆਪਣਾ ਸਮਾਂ ਸਾਡੇ ਸ਼ੋਅ ਦਾ ਸਮਾਪਤ ਹੋਣ ਜਾ ਰਿਹਾ ਹੈ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਕਿ ਸਾਨੂੰ TV84 ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਜਿੱਥੇ ਤੁਹਾਡੇ ਸੁਝਾਅ ਤੇ ਤੁਹਾਡੀ ਜਿਹੜੀ ਰਾਏ ਹੈਗੀ ਹੈ, ਇਹਨੂੰ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ, ਉਹ ਇੰਪੋਰਟੈਂਟ ਹੈ। ਉਹਦੇ ਨਾਲ ਨਾਲ ਸਾਨੂੰ ਤੁਹਾਡੀ ਵਿੱਤੀ ਸਹਾਇਤਾ ਦੀ ਵੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।